ਜਿਵੇਂ ਮੰਨ ਲਓ ਕਿਸੇ ਡੱਬੀ ਦੇ ਵਿੱਚ ਕੋਈ ਖੁਸ਼ਬੂ ਆ, ਡੱਬੀ ਦਾ ਢੱਕਣ ਬੰਦ ਹੈ ਤੇ ਖੁਸ਼ਬੂ ਆ ਜਿਹੜੀ ਗੁਪਤ ਹੈ, ਪ੍ਰਗਟ ਨਹੀਂ ਗੁਪਤ ਹੈ ਨਾ। ਡੱਬੀ ਦਾ ਢੱਕਣ ਖੋਲ੍ਹਿਆ ਕੀ ਹੋਇਆ? ਖੁਸ਼ਬੂ ਪ੍ਰਗਟ ਹੋ ਗਈ। ਡੱਬੀ ਦਾ ਢੱਕਣ ਖੋਲ੍ਹਿਆ ਖੁਸ਼ਬੂ ਪ੍ਰਗਟ ਹੁੰਦੀ ਹੈ ਤੇ ਸ਼ਬਦ ਨੂੰ ਖੋਲ੍ਹਿਆ ਗੁਰੂ ਪ੍ਰਗਟ ਹੁੰਦਾ ਹੈ। ਸ਼ਬਦ ਨੂੰ ਖੋਲ੍ਹਿਆ, ਸ਼ਬਦ ਨੂੰ ਖੋਲ੍ਹਣ ਦਾ ਭਾਵ ਕੀ ਹੋ ਗਿਆ ਜੀ? ਸ਼ਬਦ ਦੀ ਵਿਚਾਰ ਕਰਨੀ। ਖੋਲ੍ਹਣ ਦਾ ਅਰਥ ਕੀ ਹੁੰਦਾ? ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਖੋਲ੍ਹ ਕੇ ਸਮਝਾਓ, ਭਾਵ ਐਕਸਪਲੇਨ ਕਰੋ, ਵਿਆਖਿਆ ਕਰੋ। ਖੋਲ੍ਹਣ ਦਾ ਅਰਥ ਹੋ ਗਿਆ ਵਿਆਖਿਆ। ਸੋ ਸ਼ਬਦ ਨੂੰ ਖੋਲ੍ਹਿਆ ਗੁਰੂ ਪ੍ਰਗਟ ਹੁੰਦਾ ਹੈ, ਭਾਵ ਕਿ ਸ਼ਬਦ ਦੀ ਵਿਚਾਰ ਕਰਿਆ ਗੁਰੂ ਪ੍ਰਗਟ ਹੁੰਦਾ ਹੈ। ਸ਼ਬਦ ਦੀ ਵਿਚਾਰ ਹੀ ਗੁਰੂ ਦਾ ਪ੍ਰਗਟ ਰੂਪ ਹੈ। ਤਾਂ ਤੇ ਗੁਰੂ ਨੂੰ ਪ੍ਰਤੱਖ ਕਰਕੇ ਮੰਨਣਾ ਕੀ ਅਰਥ ਹੈ ਗੁਰੂ ਗ੍ਰੰਥ ਸਾਹਿਬ ਨੂੰ? ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਕੇ ਵਿਚਾਰ ਨੂੰ ਮੰਨੋ। ਜਦੋਂ ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਸ਼ਬਦ ਦੀ ਵਿਚਾਰ ਹੀ ਗੁਰੂ ਦਾ ਪ੍ਰਗਟ ਰੂਪ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਦ੍ਰਿੜ ਕਰ ਲਓ। ਜਿਹੜੇ ਗੁਰ ਸ਼ਬਦ ਦੀ ਵਿਚਾਰ ਨੂੰ ਨਹੀਂ ਮੰਨਦੇ, ਕੋਈ ਵੀ ਹੈ, ਇਹਦਾ ਭਾਵ ਕਿ ਉਹ ਪ੍ਰਤੱਖ ਗੁਰੂ ਨਹੀਂ ਮੰਨ ਰਹੇ। ਉਹ ਕਹਿੰਦੇ ਜੇ ਤਾਂ ਗੁਰੂ ਗੁਪਤ ਰਹੇ ਰਮਾਲੇ ਥੱਲੇ ਤਾਂ ਕੋਈ ਤਕਲੀਫ ਨਹੀਂ, ਰਮਾਲੇ ਵੀ ਚੜਾਈ ਜਾਵਾਂਗੇ, ਪ੍ਰਸ਼ਾਦ ਵੀ ਕਰਾਈ ਜਾਵਾਂਗੇ, ਮੱਥੇ ਵੀ ਟੇਕੀ ਜਾਵਾਂਗੇ, ਪਾਠ ਵੀ ਕਰਾਈ ਜਾਵਾਂਗੇ। ਪਰ ਜਦੋਂ ਤੁਸੀਂ ਗੁਰੂ ਨੂੰ ਪ੍ਰਗਟ ਕਰਦੇ ਹੋ ਨਾ ਬਾਣੀ ਦੀ ਵਿਚਾਰ ਰਾਹੀਂ, ਤੇ ਕਈ ਸਾਡੇ ਭੈਣ ਭਰਾ ਕਹਿੰਦੇ ਨੇ ਪ੍ਰਗਟ ਗੁਰੂ ਨੂੰ ਮੰਨਣਾ ਔਖਾ ਹੈ, ਪ੍ਰਤੱਖ ਗੁਰੂ ਮੰਨਣਾ ਔਖਾ ਹੈ। ਕਈਆਂ ਵਾਸਤੇ, ਸਾਰਿਆਂ ਵਾਸਤੇ ਨਹੀਂ ਕਿਹਾ। ਪ੍ਰਤੱਖ ਗੁਰੂ ਪ੍ਰਗਟ ਗੁਰੂ ਤਾਂ ਕੋਈ ਮੰਨਦਾ ਹੈ। ਸ਼ਬਦ ਦੀ ਵਿਚਾਰ ਹੀ ਗੁਰੂ ਦਾ ਪ੍ਰਗਟ ਰੂਪ ਹੈ। ਪ੍ਰਗਟ ਕਰਕੇ ਮੰਨੋ, ਫਿਰ ਪ੍ਰਤੱਖ ਗੁਰੂ ਕਰਕੇ ਮੰਨੋ। ਹੁਣ ਜਿਨ੍ਹਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਦਾ ਅਰਥ ਨਹੀਂ ਸਮਝ ਆਇਆ, ਉਹ ਵੀ ਸਾਡੇ ਕਈ ਭੈਣ ਭਰਾ ਪਖੰਡ ਕਰਦੇ ਫਿਰਦੇ ਆ। ਕੋਈ ਗੁਰੂ ਗ੍ਰੰਥ ਸਾਹਿਬ ਕੋਲ ਦਾਤਨਾ ਰੱਖਦਾ ਫਿਰਦਾ, ਕੋਈ ਗੜਬੇ ਰੱਖਦਾ ਫਿਰਦਾ, ਕਈ ਬਾਬੇ ਬ੍ਰੇਕਫਾਸਟ ਕਰਾਉਂਦੇ ਆ। ਬ੍ਰੇਕਫਾਸਟ ਕਰਾਉਣੇ ਕਹਿੰਦੇ, ਉਹ ਕਰਨਾ ਤਾਂ ਬਾਬੇ ਨੇ ਆਪ ਹੁੰਦਾ ਨਾ। ਇੱਥੇ ਤਾਂ ਲਿਆ ਕੇ ਭੋਗ ਦਾ ਢਾਉਂ ਜਿਹਾ ਰਚ ਕੇ ਮਗਰੋਂ ਦੀ ਉਹ ਗੇੜਾ ਗੂੜਾ ਖਾ ਕੇ ਉਹ ਫਿਰ ਬ੍ਰੇਕਫਾਸਟ ਵਾਲਾ ਥਾਲਾ ਬਾਬੇ ਦੇ ਕਮਰੇ 'ਚ ਪਹੁੰਚ ਜਾਣਾ ਹੈ। ਇੱਦਾਂ ਹੀ ਬ੍ਰੇਕਫਾਸਟ ਕਰ ਲਓ। ਗੁਰੂ ਗ੍ਰੰਥ ਸਾਹਿਬ ਬ੍ਰੇਕਫਾਸਟ ਕਰਦੇ ਆ। ਕਮਾਲ ਆ, ਕਮਾਲ ਹੈ। ਇੱਦਾਂ ਦੀਆਂ ਗੱਲਾਂ ਨੂੰ ਸ਼ਰਧਾ ਕਿਹਾ ਜਾਂਦਾ ਹੈ। ਜਿਹੜੇ ਇੱਦਾਂ ਦੇ ਢਕਵੰਜ ਕਰਨ, ਕਹਿੰਦੇ ਆਹ ਬੜੀ ਸ਼ਰਧਾ ਵੀ, ਬੜੀ ਸੇਵਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਆਹ ਕਮਾਲ ਹੋ ਗਈ। ਕਹਿੰਦੇ ਲੰਚ ਕਰਾਉਣੇ ਆ ਗੁਰੂ ਗ੍ਰੰਥ ਸਾਹਿਬ ਨੂੰ, ਡਿਨਰ ਕਰਾਉਣੇ ਆ ਗੁਰੂ ਗ੍ਰੰਥ। ਕਮਾਲ ਹੋ ਗਈ। ਦੇਖੋ ਤੁਸੀਂ ਤਾਂ ਤੇ ਇਹ ਕੁਝ ਨਹੀਂ ਕਰਨਾ, ਛੱਡ ਦੇਣਾ। ਪ੍ਰਤੱਖ ਗੁਰੂ ਕਰਕੇ ਮੰਨਣ ਦਾ ਅਰਥ ਸਮਝ ਲੈਣਾ। ਗੁਰੂ ਗ੍ਰੰਥ ਸਾਹਿਬ ਬ੍ਰੇਕਫਾਸਟ ਨਹੀਂ ਕਰਦੇ। ਚਲੋ ਤਾਂ ਤੇ ਇਹ ਨੇ ਪੁੱਠੇ ਕੰਮ, ਯਾਦ ਰੱਖਿਓ। ਗੁਰੂ ਗ੍ਰੰਥ ਸਾਹਿਬ ਕੋਲੇ ਦਾਤਨਾ ਗੜਬੇ ਰੱਖਣੇ ਪੁੱਠੇ ਕੰਮ ਹੈ। ਫੋਟੋਆਂ ਕੋਲੇ ਦਾਤਨਾ, ਕਈ ਤਾਂ ਬਾਬਿਆਂ ਨੇ ਜਾਣੀ ਕਿ ਕੀ ਹੈ, ਖਾਲੀ ਬਿਸਤਰੇ ਵਿਛਾ ਕੇ ਮੂਹਰੇ ਚੱਪਲਾਂ ਰੱਖੀਆਂ ਹੋਈਆਂ। ਖਾਲੀ ਬਿਸਤਰੀ ਵਿਛਾਈ ਬੈਠੇ, ਖਾਲੀ ਮੰਜੀ, ਚੱਪਲਾਂ। ਇੱਦਾਂ ਦਾ ਬੜਾ ਕੁਛ ਕੀਤਾ ਹੋਇਆ ਤੇ ਅਸੀਂ ਸੁਚੇਤ ਹੋਣਾ। ਗੱਲ ਚੱਲੀ ਸੀ ਕਿੱਥੇ ਕਿ ਅਸੀਂ ਉਸੇ ਜਾਣੀ ਕਿ ਮੂਰਤੀ ਪੂਜਾ 'ਤੇ ਖੜ੍ਹੇ ਹਾਂ ਜਿੱਥੋਂ ਸਾਨੂੰ ਗੁਰੂ ਨੇ ਚੁੱਕਿਆ ਸੀਗਾ। ਤੇ ਜਾਂ ਫਿਰ ਦੂਜਾ ਨੁਕਤਾ ਵੀ ਕਹਿ ਦੇਵਾਂ ਵੀ ਉਹ ਬਾਹਰੀ ਜੋਤਾਂ ਜਗਾਉਣ ਵਾਲਾ ਪਖੰਡ ਨਹੀਂ ਛੱਡਿਆ। ਗੁਰਬਾਣੀ ਦੇ ਵਿੱਚ ਦੀਵਾ ਲਾਉਣ ਦੀ ਗੱਲ ਕੀਤੀ ਹੋਈ ਹੈ। ਕਿਹੜਾ ਦੀਵਾ ਲਾਉਣਾ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ, ਫਿਰ ਅੰਦਰੋਂ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ ਹੈ, ਰਤਨ ਕੋਠੜੀ ਖੁੱਲ੍ਹ ਜਾਂਦੀ ਹੈ, ਆਪੇ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਹਦੇ ਅੰਦਰ ਗਿਆਨ ਦਾ ਦੀਵਾ ਵਲ ਗਿਆ, ਕਿੰਨੇ ਵੀ ਜ਼ੁਲਮ ਦੇ ਝੱਖੜ ਝੁੱਲ ਜਾਣ, ਵੱਡੇ ਵੱਡੇ ਜ਼ੁਲਮ ਦੇ ਝੱਖੜ ਝੁੱਲੇ, ਇਹ ਗਿਆਨ ਦੇ ਦੀਵੇ ਨੂੰ ਨਾ ਬੁਝਾ ਸਕੇ। 1716 ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ 1765 ਤੱਕ ਦਾ ਇਤਿਹਾਸ ਤੁਸੀਂ ਪੜ੍ਹ ਕੇ ਦੇਖ ਲਓ। ਕਿੰਨੇ ਜ਼ੁਲਮ ਦੇ ਝੱਖੜ ਝੁੱਲੇ, ਪਰ ਗਿਆਨ ਦਾ ਦੀਵਾ ਨਹੀਂ ਬੁਝਿਆ। ਤੇ ਜਿਹੜਾ ਤੁਸੀਂ ਇਹ ਬਾਹਰਲੇ ਦੀਵੇ ਲਾ ਕੇ ਚਾਨਣ ਭਾਲਦੇ ਹੋ, ਇਹ ਤਾਂ 10-20 ਮਿੰਟਾਂ ਦੇ ਵਿੱਚ ਉਹ ਘਿਓ ਮੱਚਣ ਤੋਂ ਬਾਅਦ ਵੀ ਬੁਝ ਜਾਣਾ ਹੈ। ਤੇ ਜੇ ਕਿਤੇ ਹਵਾ ਦਾ ਬੁੱਲਾ ਆ ਗਿਆ ਤਾਂ ਉਹਨੇ ਪਹਿਲਾਂ ਹੀ ਗੁੱਲ ਕਰ ਦੇਣਾ। ਇਹ ਬਾਹਰਲੇ ਦੀਵਿਆਂ ਨੂੰ ਤਾਂ ਇੱਕ ਹਵਾ ਦਾ ਬੁੱਲਾ ਵੀ ਗੁੱਲ ਕਰ ਜਾਂਦਾ ਹੈ, ਪਰ ਗਿਆਨ ਦੇ ਦੀਵੇ ਨੂੰ ਵੱਡੇ ਵੱਡੇ ਜ਼ੁਲਮ ਦੇ ਝੱਖੜ ਵੀ ਬੁਝਾ ਨਹੀਂ ਸਕਦੇ। ਤੇ ਗੁਰੂ ਜੀ ਤਾਂ ਕਹਿੰਦੇ ਨੇ, ਜੇ 100 ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਭਾਵੇਂ 100 ਚੰਦਰਮਾ ਚੜ੍ਹ ਜੇ 100 ਚੰਦਾ ਉਗਵਹੇ ਸੂਰਜ ਚੜ੍ਹੇ ਹੈ ਹਜ਼ਾਰ, ਤੇ ਹਜ਼ਾਰਾਂ ਹੀ ਸੂਰਜ ਚੜ੍ਹ ਜਾਣ, ਕਹਿੰਦੇ ਤਾਂ ਵੀ ਅੰਧੇਰੀ ਰਹਿੰਦਾ। ਬੁੱਝੋ ਕਿਹੜਾ ਅਗਿਆਨਤਾ ਰੂਪੀ ਅੰਧੇਰਾ। ਹੁਣ ਗੁਰੂ ਸਾਹਿਬ ਤਾਂ ਕਹਿੰਦੇ 100 ਚੰਦਰਮੇ ਹਜ਼ਾਰਾਂ ਸੂਰਜ ਵੀ ਚਾਨਣਾ ਨਹੀਂ ਕਰ ਸਕਦੇ। ਅਸੀਂ ਨਿੱਕੇ ਜਿਹੇ ਦੀਵੇ ਬਾਲ ਕੇ ਚਾਨਣ ਕਰਦੇ ਹਾਂ। ਸੋਚੋ। ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਸਮਿਆਂ ਦੇ ਵਿੱਚ ਸ਼ਾਮ ਨੂੰ ਹਨੇਰਾ ਹੋਣ ਦੇ ਉੱਤੇ
ਦੀਵੇ ਲਾ ਕੇ ਹੀ ਚਾਨਣ ਕੀਤਾ ਜਾਂਦਾ ਸੀ ਬਾਹਰੀ, ਉਹ ਵੱਖਰੀ ਗੱਲ ਹੈ ਇੱਕ। ਜਦੋਂ ਆਹ ਬਿਜਲੀ ਵਗੈਰਾ ਲਾਈਟ ਵਗੈਰਾ ਕੋਈ ਸਾਧਨ ਹੁੰਦੇ ਨਹੀਂ ਸੀ, ਕੋਈ ਸ਼ੱਕ ਨਹੀਂ ਹੁੰਦਾ, ਆਪਾਂ ਜੋਤ ਲਾਉਂਦੇ ਸੀਗੇ। ਅਤੇ ਗੁਰਦੁਆਰ ਦਾ ਸਤਿਕਾਰ ਰੱਖਦੇ ਹੋਏ ਦੇਸੀ ਘਿਓ ਦੇ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਸੀ, ਕਿਉਂਕਿ ਧੂੰਆਂ ਨਹੀਂ ਹੁੰਦਾ ਇਹਦਾ, ਉਹ ਵੱਖਰੀ ਗੱਲ ਹੈ। ਭਾਵ ਕਿ ਕਿਸੇ ਵੇਲੇ ਬਾਹਰੀ ਚਾਨਣ ਕਰਨ ਦਾ ਸਾਧਨ ਤਾਂ ਸੀ ਇਹ ਦੀਵੇ ਲਾਉਣੇ, ਦੀਵਾ ਕਹਿ ਲਓ, ਜੋਤ ਕਹਿ ਲਓ, ਚਿਰਾਗ ਕਹਿ ਲਓ, ਪਰਾਇਵਾਚੀ ਸ਼ਬਦ ਹੈ। ਪਰ ਘਿਓ ਦੀ ਜੋਤ ਲਾਉਣ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਦੱਸਣ ਦਾ ਭਾਵ ਮੇਰਾ ਇਹ ਹੈ, ਦੇਸੀ ਘਿਓ ਦੀ ਜੋਤ ਲਾਉਣ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਧਰਮ ਨਾਲ ਸੰਬੰਧ ਹੈ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ, ਗਿਆਨ ਦੀਪਕ। ਹੋਰ ਪ੍ਰਮਾਣ ਲੈ ਲਓ, ਕਿਤੇ ਗੁਰਬਾਣੀ 'ਚ ਲਿਖਿਆ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਪੋਥੀ ਪੁਰਾਣ ਕਮਾਈਐ, ਗੁਰੂ ਦੇ ਵਚਨਾਂ ਨੂੰ ਕਮਾਉਣਾ ਚਾਹੀਦਾ ਹੈ, ਗੁਰਬਾਣੀ ਦੇ ਵਚਨਾਂ ਨੂੰ ਕਮਾਉਣਾ ਚਾਹੀਦਾ ਹੈ। ਭਉ ਵੱਟੀ ਇਤ ਤਨ ਪਾਈਐ, ਇਹ ਸਰੀਰ ਰੂਪੀ ਦੀਵੇ 'ਚ ਪ੍ਰਮਾਤਮਾ ਦੇ ਭਉ ਦੀ ਵੱਟੀ ਪਾਓ। ਭਉ ਦੀ ਵੱਟੀ ਦਾ ਅਰਥ ਕੀ ਹੈ? ਜਿੱਥੇ ਵੀ ਅਸੀਂ ਵਿਚਰਦੇ ਹਾਂ ਹਰ ਕੰਮ ਪ੍ਰਮਾਤਮਾ ਜੀ ਦੇ ਭੈ ਵਿੱਚ ਰਹਿ ਕੇ ਕਰਨਾ ਹੈ। ਹੁਣ ਭਉ ਦੀ ਵੱਟੀ ਤਾਂ ਸਰੀਰ ਰੂਪੀ ਦੀਵੇ 'ਚ ਪਾਉਣੀ ਬਹੁਤ ਔਖੀ ਹੈ, ਬਿਰਲੇ ਬਿਰਲੇ ਪਾਉਂਦੇ ਹੈ। ਇਹ ਰੂੰ ਦੀ ਬੱਤੀ ਵੱਟ ਕੇ ਤਾਂ ਘਿਓ ਹਰੇਕ ਹੀ ਫੂਕ ਦੂੰ। ਵੱਟੀ ਕਿਹੜੀ ਪਾਉਣੀ ਹੈ ਜੀ? ਆਹ ਸਰੀਰ ਨੂੰ ਦੀਵਾ ਸਮਝ ਲਓ, ਇਹ 'ਚ ਪ੍ਰਮਾਤਮਾ ਦੇ ਭੈ ਦੀ ਵੱਟੀ ਪਾਓ। ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਗੁਰਬਾਣੀ ਦੇ ਸੱਚ ਦੀ ਸੋਝੀ ਨੇ ਇਹਨੂੰ ਲਾਟ ਲਾਉਣੀ ਹੈ। ਇਹ ਤੇਲ ਹੈ ਕਿਹੜਾ? ਪਹਿਲੀ ਪੰਕਤੀ ਵੱਲ ਇਸ਼ਾਰਾ ਹੋ ਗਿਆ, ਪੋਥੀ ਪੁਰਾਣ ਕਮਾਈਐ, ਗੁਰੂ ਦੇ ਵਚਨਾਂ ਦੀ ਕਮਾਈ ਦਾ ਤੇਲ ਪਾਓ ਇਹਦੇ ਵਿੱਚ। ਇਹ ਸਰੀਰ ਰੂਪੀ ਦੀਵਾ, ਇਹ 'ਚ ਪ੍ਰਮਾਤਮਾ ਦੇ ਭਉ ਦੀ ਵੱਟੀ ਪਾਓ, ਗੁਰਬਾਣੀ ਦੇ ਸੱਚ ਦੇ ਗਿਆਨ ਦੀ ਇਹਨੂੰ ਲਾਟ ਲਾਓ। ਦੀਵਾ ਇਉਂ ਜਲੈ, ਇੱਦਾਂ ਭਾਈ ਇਹ ਗਿਆਨ ਦਾ ਦੀਵਾ ਜਲਦਾ ਹੈ। ਕਰ ਚਾਨਣ ਸਾਹਿਬ ਤਉ ਮਿਲੈ, ਆਪਣੇ ਅੰਦਰ ਗਿਆਨ ਦੇ ਦੀਵੇ ਦਾ ਚਾਨਣ ਕਰ, ਤੈਨੂੰ ਸਾਹਿਬ ਪ੍ਰਮਾਤਮਾ ਤਾਂ ਮਿਲਣਾ ਹੈ। ਇਹ ਬਾਹਰਲੀਆਂ ਜੋਤਾਂ ਜਗਾ ਕੇ ਘਿਓ ਫੂਕ ਕੇ ਰੱਬ ਨਹੀਂ ਮਿਲਣਾ। ਰੱਬ ਮਿਲਣਾ ਜੇ ਗਿਆਨ ਦਾ ਦੀਵਾ ਜਗਾਏਗਾ। ਬੋਲੋ ਸਤਨਾਮ। ਸਿੱਧ ਹੋ ਗਿਆ ਨਾ ਜੀ ਬਾਣੀ ਤੋਂ। ਇੱਕ ਵੀ ਵਚਨ ਸਾਡਾ ਬਾਣੀ ਤੋਂ ਬਾਹਰ ਹੋਵੇ ਤਾਂ ਸਮਾਪਤੀ ਤੋਂ ਬਾਅਦ ਦਾਸ ਸੰਗਤ ਦੇ ਵਿੱਚ ਬਹਿੰਦਾ ਹੁੰਦਾ। ਦੱਸਣਾ ਜ਼ਰੂਰੀ ਇੱਥੇ ਦੱਸ, ਕਿਉਂਕਿ ਅੱਜ ਹੀ ਆਇਆ ਨਾ। ਹੋਰ ਗੁਰਦੁਆਰਾ ਤੁਹਾਨੂੰ ਪਤਾ ਸੁਣਿਆ ਦੀਵਾਨ ਜਿਹਨਾਂ ਨੇ ਸੁਣੇ ਦੇ ਵਿੱਚੋਂ ਕਿਸੇ ਨੂੰ ਕੋਈ ਸ਼ੰਕਾ ਰਹਿ ਜਾਵੇ, ਕੋਈ ਮਗਾਲਤਾ ਲੱਗ ਜਾਵੇ, ਕੋਈ ਕਨਫਿਊਜ਼ਨ ਹੋ ਜਾਵੇ, ਦਾਸ ਦੂਰ ਕਰਕੇ ਜਾਵੇਗਾ। ਇਹ ਨਹੀਂ ਵੀ ਦੀਵਾਨ ਲਾਇਆ ਤੇ ਤੁਰ ਗਏ, ਨਾ, ਇਹ ਨਿਯਮ ਨਹੀਂ। ਅਤੇ ਤੁਸੀਂ ਐਵੇਂ ਟੋਲੀਆਂ ਬਣਾ ਕੇ ਫਿਰ ਮੋਰੋਂ ਗੱਲਾਂ ਕਰਦੇ ਰਹੋ, ਐਂ ਕਹਿ ਤਾ, ਐਂ ਕਹਿ ਗਏ, ਆਹ ਕਹਿ ਗਏ, ਨਾ, ਇੱਥੇ ਹੀ ਹਾਜ਼ਰ ਹੋਵੇਗਾ ਦਾਸ ਬਾਅਦ 'ਚ ਵੀ। ਚਲੋ ਤਾਂ ਤੇ ਹੁਣ ਸਿੱਧ ਹੋ ਗਿਆ ਜੀ, ਹਰ ਗੱਲ ਆਪਾਂ ਬਾਣੀ ਤੋਂ ਸਿੱਧ ਕਰਨੀ ਹੈ ਅਤੇ ਗੁਰਬਾਣੀ ਦੇ ਗਿਆਨ ਨੂੰ ਬਸ ਮੰਨ ਲੈਣਾ ਹੈ। ਸੋ ਇੱਦਾਂ ਗਿਆਨ ਦੇ ਦੀਵੇ ਤਾਂ ਸਾਡੇ ਗੁੱਲ ਹੋ ਗਏ ਬਹੁਤਿਆਂ ਦੇ, ਅਤੇ ਬਾਹਰ ਦੇ ਦੀਵੇ ਲਾਉਣ 'ਤੇ ਬੜਾ ਜ਼ੋਰ ਲਾਇਆ। ਭਾਵ ਉਹੀ ਚੱਲ ਰਿਹਾ ਨਾ, ਕਰਮਕਾਂਡ ਤਾਂ ਉਹੀ ਚੱਲ ਰਿਹਾ ਹੈ। ਕਿਸੇ ਨੇ ਦੇਵੀ ਦੀ ਫੋਟੋ ਮੂਹਰੇ ਲਾਤੀਆਂ ਜੋਤਾਂ, ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਮੂਹਰੇ ਲਾਤੀਆਂ ਜੋਤਾਂ। ਜਿਹੜਾ ਅਸਲੀ ਜਿਹੜਾ ਦੀਵਾ ਸੀ ਉਹਦੇ ਵੱਲ ਤਾਂ ਅਸੀਂ ਆਏ ਨਹੀਂ, ਗਿਆਨ ਦੀਪਕ ਵੱਲ ਤਾਂ ਅਸੀਂ ਆਏ ਨਹੀਂ ਗੇ। ਬੰਦੀ ਛੋੜ ਦਿਵਸ, ਖੈਰ ਬੰਦੀ ਛੋੜ ਦਿਵਸ ਤਾਂ ਕਹਿ ਦਿੰਦੇ ਆ ਬਹੁਤੇ, ਤਾਂ ਯਾਨੀ ਕਿ ਫੋਨ 'ਤੇ ਵੀ ਆਈ ਕਹਿੰਦੇ ਆ ਦੀਵਾਲੀ ਦੀਆਂ ਮੁਬਾਰਕਾਂ, ਬਿਰਲੇ ਕੋਈ ਕਹਿੰਦਾ ਉਹ ਬੰਦੀ ਛੋੜ ਦਿਵਸ ਦੀਆਂ ਵਧਾਈਆਂ। ਚਲੋ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ, ਉਹ 'ਤੇ ਅਸੀਂ ਕਦੇ ਨਹੀਂ ਵਿਚਾਰ ਕੀਤੀ, ਰਮਜ ਮਾਤਰ ਦੇ ਦਿਆਂ। ਤਾਂ ਹੁਣ ਆਪਾਂ ਇਹ ਇਤਿਹਾਸ ਸੁਣਾ ਦਿੰਦੇ ਹਾਂ ਲੋਕਾਂ ਨੂੰ, ਦੁਨੀਆ ਨੂੰ, ਕਿ ਵੀ 52 ਪਹਾੜੀ ਰਾਜਿਆਂ ਨੇ 6ਵੇਂ ਪਾਤਸ਼ਾਹ ਦਾ ਪੱਲਾ ਫੜ ਲਿਆ, ਉਹ ਬੰਧਨਾਂ ਤੋਂ ਆਜ਼ਾਦ ਹੋ ਗਏ। ਬੰਦੀ ਛੋੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਆ, ਠੀਕ ਹੈ। ਹੁਣ ਇਹ ਤਾਂ ਸੁਣਾ ਦਿੱਤਾ, ਕਦੇ ਆਪਾਂ ਆਪਣੇ ਆਪ ਦੀ ਪੜਚੋਲ ਨਾ ਕੀਤੀ ਵੀ ਇਸ ਇਤਿਹਾਸਕ ਨੁਕਤੇ ਤੋਂ ਸਿੱਖਿਆ ਲੈ ਲਓ ਕਿ ਪੱਲਾ ਫੜਨ ਦਾ ਅਰਥ ਕੀ ਹੁੰਦਾ, ਪਿੱਛੇ ਲੱਗਣਾ। ਆਪਾਂ ਸਿੱਖਿਆ ਲੈ ਲਓ ਕਿ ਵੀ ਜੇ ਗੁਰੂ ਦਾ ਪੱਲਾ ਫੜ ਕੇ ਰੱਖਾਂਗੇ ਤਾਂ ਅਸੀਂ ਵੀ ਸਵੈਮਾਨ ਅਣਖ ਆਜ਼ਾਦੀ ਵਾਲਾ ਜੀਵਨ ਜਿਉਵਾਂਗੇ। ਹੁਣ 52 ਨੇ ਪੱਲਾ ਫੜ ਲਿਆ, ਸੁਣਾਈ ਜਾਂਦੇ ਆ, ਆਪਣੀ ਪੜਚੋਲ ਤਾਂ ਕਰ ਲੈ, ਕਿਤੇ ਤੂੰ ਛੱਡੀ ਤਾਂ ਨਹੀਂ ਫਿਰਦਾ ਪੱਲਾ। ਬੋਲੋ ਸਤਨਾਮ। ਉਹ ਸਿੱਖਾ ਤੂੰ ਛੱਡੀ ਤਾਂ ਨਹੀਂ ਫਿਰਦਾ ਕਿਤੇ। ਪੱਲਾ ਫੜਨ ਦਾ ਤਾਂ ਪਿੱਛੇ ਲੱਗਣਾ। ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚੱਲ ਹਾਂ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਪੱਲੇ ਲੱਗਣਾ ਕੀ ਹੁੰਦਾ? ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਿੱਧ ਹੋਇਆ ਜੀ ਬਾਣੀ ਤੋਂ। ਪੱਲੇ ਲੱਗਣਾ ਭਾਵ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ, ਪੱਲੇ ਫੜ ਕੇ ਰੱਖਣਾ, ਮਾਰਗ ਫੋਲੋ ਕਰਨਾ, ਪਿੱਛੇ ਚੱਲਣਾ। ਹਮ ਪਿੱਛੇ ਲੰਘ ਚੱਲੀ ਜੀਓ। ਹੁਣ ਸਾਰੇ ਭੈਣ ਭਰਾ ਪੜਚੋਲ ਕਰੋ ਆਪਣੇ ਆਪ ਦੀ, ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡੀ ਤਾਂ ਨਹੀਂ ਫਿਰਦੇ, ਕਿਤੇ ਗੁਰਬਾਣੀ ਦਾ ਪੱਲਾ 52 ਨੇ ਤਾਂ ਪੱਲਾ ਫੜ ਲਿਆ, ਸਿੱਖਾ ਤੂੰ ਛੱਡੀ ਫਿਰਦਾ ਹੈ। ਤੂੰ ਉੱਥੋਂ ਇੱਕ ਪ੍ਰਤੀਕ ਰੂਪ 'ਚ ਭੈਣ ਕਹਿਣ ਦਾ ਸਿੱਖਿਆ ਲੈ ਲਾ, ਪ੍ਰਤੀਕ ਰੂਪ ਦੇ ਵਿੱਚ ਸਿੱਖਿਆ ਲੈ ਲਾ, ਭਾਵ ਕਿ ਗੁਰੂ ਤਾਂ ਸਦਾ ਹੀ ਬੰਦੀ ਛੋੜ ਹੈ।
ਹੁਣ ਕਈ ਮੈਂ ਕਹਿੰਦੇ ਦੇਖੇ ਹੈ, ਬੰਦੀ ਛੋੜ, ਗੁਰੂ ਬੰਦੀ ਛੋੜ ਸੀ ਨਹੀਂ ਹੁੰਦਾ, ਗੁਰੂ ਸੀ ਨਹੀਂ, ਗੁਰੂ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੈ। ਗੁਰੂ ਤਾਂ ਸਦਾ ਹੀ ਬੰਦੀ ਛੋੜ ਹੈ। ਭੁੱਲ ਗਿਆ ਸ਼ੁਰੂ ਤੋਂ ਹੀ ਰਮਜਦੇ ਵਾਂ, ਗੁਰੂ ਨਾਨਕ ਬਾਬਾ ਜੀ ਨੇ ਬਾਬਰ ਦੀ ਚੱਕੀ ਪੀਂਦੇ ਲੋਕਾਂ ਨੂੰ ਛਡਾਇਆ, ਗੁਰੂ ਸਦਾ ਹੀ ਬੰਦੀ ਛੋੜ ਹੈ। ਬੋਲੋ ਸਤਨਾਮ। ਅੱਜ ਵੀ ਜਿਹੜਾ ਵੀ ਅੱਜ ਗੁਰਬਾਣੀ ਦਾ ਪੱਲਾ ਫੜ ਲੂ, ਵਹਿਮਾਂ ਭਰਮਾਂ ਤੋਂ, ਨਸ਼ੇ ਵਿਸ਼ਿਆਂ ਤੋਂ, ਗਲਤ ਖਿਆਲਾਂ ਤੋਂ ਆਜ਼ਾਦ ਹੋ ਜੂਗਾ। ਅੱਜ ਵੀ ਸੱਚੇ ਗਿਆਨ ਦਾ ਪੱਲਾ ਫੜ ਜਿਉਂ ਜਿਉਂਦਾ, ਅੱਜ ਵੀ ਉਹ ਸਵੈ ਮਨ ਅਣਖ ਆਜ਼ਾਦੀ ਵਾਲਾ ਜੀਵਨ ਜਿਉਂਦਾ ਹੈ। ਗੁਰੂ ਤਾਂ ਸਦਾ ਹੀ ਬੰਧਨ ਕੱਟਦਾ ਹੈ, ਗੁਰੂ ਤਾਂ ਸਦਾ ਹੀ ਬੰਦੀ ਛੋੜ ਹੈ। ਅੱਜ ਪੱਲਾ ਫੜ ਲਓ, ਅੱਜ ਸਾਰੇ ਬੰਧਨ ਕੱਟ ਦੂ। ਗੁਰੂ ਤਾਂ ਅੱਜ ਬੰਧਨ ਕੱਟ ਦੂ। ਗੁਰੂ ਸਦਾ ਹੀ ਬੰਦੀ ਛੋੜ ਹੈ, ਗੁਰੂ ਸਦਾ ਹੀ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ, ਸਦਾ ਹੀ। ਗੁਰੂ ਤਾਂ ਸਦੀਵੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ, ਤੂੰ ਪੱਲਾ ਤਾਂ ਫੜ। ਇਸ ਕਰਕੇ ਕਹਿਣ ਦਾ ਭਾਵ ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣਾ ਹੈ। ਅਤੇ ਜੋ ਕੁਝ ਉਹੀ ਕਰਮਕਾਂਡ ਅਸੀਂ ਕਰੀ ਜਾਂਦੇ ਹਾਂ ਜੋ ਦੁਨੀਆ ਕਰਦੀ ਹੈ। ਉਹੀ ਘਿਓ ਫੂਕ ਲਿਆ, ਜੋਤਾਂ ਲਾ ਲਈਆਂ, ਮੂਰਤੀ ਪੂਜਾ ਕਰ ਲਈ, ਫੋਟੋਆਂ ਪੂਜ ਲਈਆਂ। ਚਲੋ ਫੋਟੋ ਬਦਲਵੀਂ ਪੂਜ ਲਈ ਤਾਂ ਕਿਆ ਹੋ ਗਿਆ। ਇਸ ਕਰਕੇ ਫੋਟੋ ਤੋਂ ਕੋਈ ਗਿਆਨ ਨਹੀਂ ਪ੍ਰਾਪਤ ਹੁੰਦਾ। ਇਹ ਮੂਰਤੀ ਪੂਜਾ ਕਰਨੀ ਅਤੇ ਇਹ ਬਾਹਰਲੇ ਐਵੇਂ ਘਿਓ ਫੂਕਣੇ, ਕੰਧਾਂ ਸੰਧੀਆਂ ਕਰਨੀਆਂ ਬੰਦ ਕਰ ਦਿਓ। ਗੁਰ ਜੋਤ ਨਾਲ ਜੁੜੋ। ਆਪਾਂ ਕਹਿੰਦੇ ਨਾ 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਫਿਰ ਮਨ ਨੇ ਮੰਨ ਲਿਆ ਜੋਤ, ਮਨ ਤਾਂ ਦੂਜੀਆਂ ਜੋਤਾਂ ਦੇ ਨਾਲ ਜੁੜਿਆ ਹੋਇਆ। ਇੱਕ ਤੁਹਾਨੂੰ ਵਰਤੀ ਗੱਲ ਦੱਸਣੀ ਪੈਂਦੀ ਹੈ ਕਈ ਵਾਰੀ। ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ, ਜਾਣੀ ਕਿ ਦਾਸ ਅੰਮ੍ਰਿਤਸਰ ਸਾਹਿਬ ਗਿਆ ਜਦੋਂ, ਅਤੇ ਜੋ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ, ਅਤੇ ਉੱਥੇ ਜਦੋਂ ਨਮਸਕਾਰ ਕਰਨ ਗਏ ਨਾ, ਅਤੇ ਮੈਂ ਕੀ ਵੇਖਿਆ ਵੀ ਇੱਕ ਪਾਸੇ ਵੱਲ ਨੂੰ ਨਾ ਲਾਈਨ ਜੀ ਲੱਗੀ ਪਈ, ਹੋਰ ਪਾਸੇ ਵੱਲ ਨੂੰ ਦਰਬਾਰ ਸਾਹਿਬ ਤੋਂ ਵੱਖ। ਮੈਂ ਸੋਚਿਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਕੋ ਹੀ ਮੱਥਾ ਟੇਕਣ ਦਾ ਥਾਂ ਹੈ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕਣਾ ਹੈ। ਮੈਂ ਪੁੱਛ ਲਿਆ, ਮੈਂ ਕਿਹਾ ਆ ਇੱਧਰਲੇ ਪਾਸੇ ਲਾਈਨ ਜੀ ਕੀ ਲੱਗੀ ਪਈ ਹੈ, ਇੱਧਰ ਮੱਥੇ ਕਾਸ ਨੂੰ ਟੇਕਦੇ ਹੈ। ਹੈਰਾਨ ਜਿਹਾ ਹੋ ਕੇ, ਮੈਨੂੰ ਪਤਾ ਨਹੀਂ ਸੀਗਾ, ਹੈਰਾਨ ਜਿਹਾ ਹੋਇਆ। ਮੈਂ ਪੁੱਛਣਾ ਕੀਤਾ, ਕਹਿੰਦੇ ਜੀ ਇੱਧਰ ਤੁਹਾਨੂੰ ਨਹੀਂ ਪਤਾ, ਇੱਧਰ ਸ਼ਹੀਦੀ ਜੋਤ ਹੈ। ਮੈਂ ਕਿਹਾ ਸ਼ਹੀਦੀ ਜੋਤ ਆ ਕਹਿੰਦੇ। ਜੋ ਉਹਨੇ ਕਿਹਾ, ਜਦੋਂ ਮੈਂ ਪਾਸੇ ਦੀ ਜਾ ਕੇ ਨਾ, ਜਿਹੜੀ ਲਾਈਨ ਲੱਗੀ ਸੀ ਪਾਸੇ ਦੀ ਜਾ ਕੇ ਅੱਗੇ ਹੋ ਕੇ ਦੇਖਿਆ, ਜਦੋਂ ਮੋਟੀ ਬੱਤੀ ਵੱਟ ਕੇ ਰੂੰ ਦੀ ਅਤੇ ਮਤਲਬ ਚੱਲੀ ਜਾਵੇ, ਅਤੇ ਪਤਾ ਕੀ ਜਿੱਦਾਂ ਮੈਂ ਦੇਖਿਆ ਤੁਹਾਨੂੰ ਦੱਸਾਂ ਉਵੇਂ। ਅਤੇ ਮੰਨ ਲਓ ਕੋਈ ਭਾਈ ਦੀ ਵਾਰੀ ਆ ਜਾਂ ਭੈਣ ਦੀ, ਉਹ ਜਿਹੜੀ ਆਪ ਹੀ ਜੋਤ ਵਾਲੀ ਹੈ, ਜਿਹੜੀ ਉਹਦੇ 'ਤੇ ਆਏਂ ਹੱਥ ਫੇਰ ਕੇ ਨਾ ਆਏਂ ਕਰੀ ਜਾਣਾ, ਅਤੇ ਮੇਰੀ ਚੀਕ ਨਿਕਲ ਗਈ। ਮੈਂ ਤੁਹਾਨੂੰ ਕਹਿਣ ਦਾ ਪਾ ਉੱਥੇ ਉਹਦੇ ਮੈਨੂੰ ਤਾਂ ਇੱਦਾਂ ਲੱਗੇ ਵੀ ਹਾਰਟ ਅਟੈਕ ਹੋਊਗਾ ਇੱਕਦਮ। ਮੈਨੂੰ ਇੰਨਾ ਜਾਣੀ ਕਿ ਉਸ ਗੱਲ ਨੇ ਹਿੱਟ ਕੀਤਾ। ਮੈਂ ਕਿਹਾ ਆਏ ਹਾਏ ਹਾਏ, ਸਤਿਗੁਰੂ ਜੀ ਤੁਹਾਡੀ ਗਿਆਨ ਜੋਤ ਤੋਂ ਬਿਨਾਂ ਆ ਸਾਡੇ ਸਿੱਖ ਭੈਣ ਭਰਾਵਾਂ ਦਾ ਬੌਧਿਕ ਪੱਧਰ ਦਾ ਦਵਾਲਾ ਨਿਕਲ ਗਿਆ। ਆਏ ਹਾਏ ਹਾਏ, ਇਹ ਬੌਧਿਕ ਪੱਧਰ ਦਾ ਦਵਾਲਾ ਹੈ। ਓਹੋ, ਆਹ ਹਾਲ ਸਾਡੇ ਕੌਮ ਦਾ। ਜੇ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਮਹਿਸੂਸ ਕਰਦੇ ਹੋ। ਉੱਥੇ ਤਾਂ ਮੈਨੂੰ ਤਾਂ ਉਹਦੇ ਆਈ ਹੀ ਲੱਗੇ ਵੀ ਹਾਰਟ ਅਟੈਕ ਹੋਊਗਾ, ਇੰਨੀ ਮੈਨੂੰ ਜ਼ਿਆਦਾ ਹੱਟ ਕੀਤਾ। ਓਹੋ, ਕਮਾਲ ਹੋ ਗਈ। ਜਿਹੜੀ ਆਪ ਹੀ ਰੂੰ ਦੀ ਬੱਤੀ ਵੱਟ ਕੇ ਆਪ ਹੀ ਜਿਹੜਾ ਘਿਓ ਫੂਕਿਆ ਜਾ ਰਿਹਾ, ਉਹਦੇ 'ਤੇ ਸ਼ਰਧਾ ਹੈ, ਲੈਣਾ ਬਣਾ ਕੇ ਉਸ ਨੂੰ ਇੱਦਾਂ ਕਰਕੇ ਮੂੰਹ ਸਿਰ 'ਤੇ ਇੱਦਾਂ ਦਾ ਲਾਇਆ ਜਾ ਰਿਹਾ ਹੈ, ਅਤੇ ਗੁਰਜੋਤ 'ਤੇ ਸਾਡੀ ਸ਼ਰਧਾ ਹੀ ਨਹੀਂ। ਕਮਾਲ ਹੋ ਗਈ। ਸਿੱਖ ਟੁੱਟ ਕੇ ਗੁਰਜੋਤ ਨਾਲੋਂ ਕਿਹੜੀਆਂ ਜੋਤਾਂ ਨਾਲ ਜੁੜ ਗਿਆ ਤੁਸੀਂ ਲਾ ਲਓ ਸਾਹਿਬ। ਹੁਣ ਇਹ ਕੌਮੀ ਹਾਲਤ ਸਾਡੀ ਅੱਜ ਹੋ ਗਈ। ਚਲੋ ਗੁਰੂ ਕਿਰਪਾ ਕਰੇ, ਅੱਜ ਮੈਸੇਜ ਲੈ ਕੇ ਜਾਇਓ ਸਾਰੇ ਕਿ ਅਸੀਂ ਗੁਰਜੋਤ ਨਾਲ ਜੁੜਨਾ। ਜੁੜਾਂਗੇ ਕਿਵੇਂ, ਫਿਰ ਨਾ ਭੁੱਲ ਜਿਓ। ਸ਼ਬਦ ਦੀ ਵਿਚਾਰ ਹੀ ਗੁਰਬਾਣੀ ਦਾ ਅੰਮ੍ਰਿਤ ਪੀਣ ਦਾ ਸਾਧਨ ਹੈ। ਸ਼ਬਦ ਦੀ ਵਿਚਾਰ ਨੂੰ ਧਿਆਨ ਲਾ ਕੇ ਸੁਣਿਆ ਕਰੋ, ਸਹਿਜ ਪਾਠ ਕਰਿਆ ਕਰੋ, ਪੂਰੇ ਧਿਆਨ ਲਾ ਕੇ ਗਾਵੀਏ, ਸੁਣੀਏ, ਮਨ ਰੱਖੀਏ ਭਾਉ। ਗਾਵੀਏ, ਲੈਣਾ ਬਾਣੀ ਪੜ੍ਹਨੀ ਚਾਹੀਦੀ ਹੈ, ਧਿਆਨ ਲਾ ਕੇ ਬਾਣੀ ਨੂੰ ਸੁਣਨਾ ਚਾਹੀਦਾ, ਸੁਣੀਏ, ਮਨ ਰੱਖੀਏ ਭਾਉ। ਮਨ ਦੇ ਵਿੱਚ ਗੁਰਬਾਣੀ ਦੇ ਬਚਨਾਂ ਦਾ ਪਿਆਰ ਰੱਖਣਾ ਚਾਹੀਦਾ ਹੈ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਦੁੱਖਾਂ ਨੂੰ ਤਿਆਗ ਕੇ ਆਤਮਿਕ ਸੁੱਖ ਨੂੰ ਹਿਰਦੇ ਘਰ ਵਿੱਚ ਲੈ ਜਾਈਦਾ। ਜੇ ਆਤਮਿਕ ਸੁੱਖ ਲੈਣਾ ਭਾਈ, ਇਹ ਫਾਰਮੂਲਾ ਦਿੱਤਾ ਗੁਰੂ ਬਾਬਾ ਜੀ ਨੇ। ਗਾਵੀਏ, ਸੁਣੀਏ, ਮਨ ਰੱਖੀਏ ਭਾਉ। ਪਿਆਰ ਨਾਲ ਪੜ੍ਹੋ, ਧਿਆਨ ਲਾ ਕੇ ਸੁਣੋ, ਮਨ 'ਚ ਪਿਆਰ ਰੱਖੋ, ਕਦੇ ਵੀ ਗੁਰੂ ਦੇ ਵਚਨ ਦੀ ਉਲੰਘਣਾ ਨਾ ਕਰੋ। ਅੰਦਰ ਦਾ ਸਾਦਾ ਦਾ ਸੁੱਖ ਮਿਲ ਜਾਂਦਾ, ਸਦੀਵੀ ਸੁੱਖ। ਚਲੋ ਰਹੋ ਵਿਚਾਰ। ਤਾਂ ਤੇ ਦੋ ਨੁਕਤੇ ਆਪਾਂ ਸਮਝੇ। ਗੱਲ ਆਪਾਂ ਸ਼ੁਰੂ ਕੀਤੀ ਸੀ ਵੀ ਮੋਢੇ ਬਦਲ ਲਏ, ਭਾਵ ਕਿ ਬਦਲਵੇਂ ਰੂਪ 'ਚ ਪਖੰਡ ਕਰਨਾ ਸ਼ੁਰੂ ਕਰ ਦਿੱਤਾ, ਸੌਖਾ ਇਹ ਕਹਿ ਲਓ। ਅਤੇ ਤੀਸਰਾ ਨੁਕਤਾ ਕਹਾਂ, ਹੁਣ ਮੰਦਿਰ ਦੇ ਵਿੱਚ ਜਾਣੀ ਕਿ
ਬੜਾ ਜਾਨੀ ਕਿ ਕੱਚੀ ਲੱਸੀ ਵਰਤੀ ਜਾਂਦੀ ਹੈ, ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਜਾਂਦਾ। ਕਿਹਦਾ ਮੈਂ ਅੱਗੇ ਨਹੀਂ ਬੋਲ ਸਕਦਾ। ਇਹ ਗੱਲ ਕਹਿੰਦੇ ਮੈਨੂੰ ਮਾफ़ ਕਰ ਦੇਣਾ, ਅੱਜ ਅਸੀਂ ਵੀ ਨਿਸ਼ਾਨ ਸਾਹਿਬ ਦੀਆਂ ਪੈਪਾਂ ਦਾ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣਾ ਸ਼ੁਰੂ ਕਰ ਦਿੱਤਾ। ਕੱਚੀ ਲੱਸੀ ਨਹੀਂ ਛੱਡਣੀ ਕਹਿੰਦੇ, ਚਲੋ ਅਸੀਂ ਨਿਸ਼ਾਨ ਸਾਹਿਬ ਦੀਆਂ ਪੈਪਾਂ ਨੂੰ ਕੱਚੀ ਲੱਸੀ ਨਾਲ ਧੋ ਲੈਣੇ। ਕੱਚੀ ਲੱਸੀ ਵਾਸਤੇ ਐਡੀ ਗੰਦੀ ਕਹਾਣੀ ਹੈ। ਕੱਚੀ ਲੱਸੀ ਕਿੱਥੋਂ ਆਈ ਤਾਂ ਤੇ ਇਹ ਸਟੇਜ ਤੇ ਮੈਂ ਸੁਣਾ ਨਹੀਂ ਸਕਦਾ, ਬਾਅਦ 'ਚ ਵੀ ਨਹੀਂ ਸੁਣਾ ਸਕਦਾ ਜੀ, ਪੁੱਛਿਓ ਨਾ। ਇੰਨੀ ਅਸ਼ਲੀਲ ਕਹਾਣੀ, ਇੰਨੀ ਗੰਦੀ ਕਹਾਣੀ ਹੈ ਕੱਚੀ ਲੱਸੀ ਦੇ ਪਿੱਛੇ। ਕੱਚੀ ਲੱਸੀ ਕਿੱਥੋਂ ਚੱਲੀ, ਕਿੱਥੋਂ ਆਈ, ਸੁਣਾਈ ਨਹੀਂ ਜਾ ਸਕਦੀ। ਜੇ ਕੋਈ ਵੀਰ ਵਾਲਾ ਹੀ ਹੱਠ ਪਿਆ, ਮੈਨੂੰ ਸੁਣਾਉਂਦੇ ਸ਼ਰਮ ਆਊਗੀ ਉਦੋਂ ਵੀ, ਪਰਸਨਲੀ ਵੀ ਬਸ਼ਰਮ ਹੋ ਕੇ ਭਾਵੇਂ ਸੁਣਾਉਣੀ ਪੈ ਜੇ ਕਿਸੇ ਨੂੰ। ਆਉਂਦੇ ਵੀ ਮੈਨੂੰ ਗੱਡੀ 'ਚ ਪੁੱਛਦੇ ਸੀ, ਵੀਰ ਮੈਂ ਕਿਹਾ ਹੱਥ ਬੰਨੇ, ਮੈਨੂੰ ਮਾफ़ ਕਰ ਦਿਓ। ਆ ਗੱਡੀ 'ਚ ਆਏ ਸੀ ਨਾ, ਵੀ ਪੁੱਛ ਲਓ, ਆ ਬੈਠੇ ਨੇ ਕੋਲੇ, ਕਹਿੰਦੇ ਭਾਈ ਸਾਹਿਬ ਕੱਚੀ ਲੱਸੀ ਵਾਲੀ ਗੱਲ ਸੁਣਾ ਦਿਓ। ਮੈਂ ਕਿਹਾ ਵੀਰ ਜੀ ਰਹਿਣ ਦਿਓ, ਰਹਿਣ ਦਿਓ। ਮੈਂ ਕਿਹਾ ਇਹ ਨਹੀਂ, ਮੈਂ ਨਹੀਂ ਸੁਣਾ ਸਕਦਾ। ਚਲੋ ਕਹਿਣ ਦਾ ਭਾਵ ਕੀ ਹੈ, ਇਹਨਾਂ ਗੱਲਾਂ ਨੂੰ ਸਮਝੋ। ਹੁਣ ਨਿਸ਼ਾਨ ਸਾਹਿਬ ਹੈ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਨਿਸ਼ਾਨ ਸਾਹਿਬ ਦਾ ਜੋ ਯਾਨੀ ਕਿ ਆਪਾਂ ਕਹਿ ਲਓ ਵੀ ਕੱਪੜਾ ਬਿਲਕੁਲ ਸਾਫ਼ ਹੋਵੇ, ਕੋਈ ਸ਼ੱਕ ਨਹੀਂ। ਸਮੇਂ ਸਮੇਂ ਬਦਲਦੇ ਰਹੋ, ਲੋੜ ਸਮਝਦੇ ਹੋ ਤਾਂ। ਤੇ ਜੇ ਮੰਨ ਲਓ ਕਿਤੋਂ ਕੋਈ ਰੋਗਨ ਲਿਖਿਆ, ਰੋਗਨ ਕੀਤਾ ਜਾ ਸਕਦਾ। ਜੋ ਜੋ ਕਹਿੰਦਾ ਸੰਭਾਲ ਹੈ, ਉਹ ਤਾਂ ਵੱਖਰੀ ਗੱਲ ਹੈ, ਵੱਖਰੀ ਗੱਲ। ਤੇ ਨਿਸ਼ਾਨ ਸਾਹਿਬ ਦਾ ਫਰਲਾ ਕੀ ਕਹਿੰਦਾ, ਆ ਜਾ ਗਿਆਨ ਲੈਣਾ, ਇੱਥੇ ਗਿਆਨ ਵੀ ਮਿਲੂਗਾ। ਜੇ ਭੁੱਖ ਹੈ ਇੱਥੇ ਪ੍ਰਸ਼ਾਦਾ ਮਿਲੂਗਾ। ਜੇ ਬਿਮਾਰ ਹੈ ਕੋਈ ਸਾਧਨ ਨਹੀਂ, ਦਵਾਈ ਦਾ ਪ੍ਰਬੰਧ ਕਰ ਦਿਆਂਗੇ। ਰਾਹੀ ਪਾਂਧੀ ਇੱਥੇ ਮੰਜਾ ਬਿਸਤਰਾ ਮਿਲੂਗਾ। ਖੰਡਾ ਕਹਿੰਦਾ ਤੇਰੇ ਕੋਈ ਪਿੱਛੇ ਲੱਗਿਆ ਹੋਇਆ, ਆ ਜਾ ਇੱਥੇ ਸ਼ਰਨਾਏ ਦੀ ਲਾਜ ਵੀ ਰੱਖੀ ਜਾਂਦੀ ਹੈ। ਇੱਥੇ ਤੇਰਾ ਗੁੰਡੇ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ। ਜਿਹੜਾ ਗੁਰੂ ਦੀ ਸ਼ਰਨ ਆ ਗਿਆ ਉਹਦੀ ਰੱਖਿਆ ਵੀ ਹੁੰਦੀ ਹੈ। ਬੋਲੋ ਸਤਨਾਮ। ਇਹ ਤਾਂ ਮੈਸੇਜ ਹੈ, ਠੀਕ ਹੈ ਵੀ, ਚੜ੍ਹਦੀਆਂ ਕਲਾਂ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਦਾ। ਸਤਿਕਾਰ ਜੋ ਗੱਲ ਸਮਝਣ ਦੀ, ਪਰ ਹਰ ਗੱਲ ਦਾ ਢੰਗ ਹੁੰਦਾ। ਕੱਚੀ ਲੱਸੀ ਨਾਲ ਕੀ ਮਤਲਬ? ਇਹ ਤਾਂ ਦੱਸਿਆ, ਕਈ ਕਹਿ ਦਿੰਦੇ ਨਾ ਜਦੋਂ ਇਹ ਜਿਹੇ ਅਸੀਂ ਪਖੰਡ ਨੂੰ ਕੱਟਦੇ ਹਾਂ, ਇਹ ਜੀ ਨਾਸਤਕ ਹੈ। ਲੈ ਨਾਸਤਕ ਹੈ, ਦੱਸੋ ਪੁੱਠੇ ਕੰਮ ਕਰਨਾ ਧਰਮ ਹੈ? ਪੁੱਠਾ ਕੰਮ ਹੈ ਇਹ ਕੱਚੀ ਲੱਸੀ ਨਾਲ ਨਿਭਾਉਣਾ? ਕੱਚੀ ਲੱਸੀ ਦਾ ਇਸ਼ਨਾਨ ਕਮਾਲ ਹੈ। ਪੁੱਠੇ ਕੰਮਾਂ ਨੂੰ ਸ਼ਰਧਾ ਦੱਸਦੇ ਆ, ਪੁੱਠੇ ਕੰਮ ਕਰਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਕਹਾਉਂਦੇ ਆ। ਜੇ ਕੋਈ ਸਹੀ ਗੱਲ ਕਰਦੇ, ਇਹ ਜੀ ਕਾਮਰੇਡੀ ਸੋਚ ਹੈ, ਇਹ ਨਾਸਤਕ ਨੇ ਜੀ। ਲੈ ਦੱਸ, ਲਾ ਦਿਓ ਫਤਵੇ, ਲਾ ਲਓ, ਲਾ ਦਿਓ ਫਤਵੇ, ਕਮਾਲ ਹੋ ਗਈ। ਇਸ ਕਰਕੇ ਪੁੱਠੇ ਕੰਮ ਨਾ ਕਰੋ, ਪੁੱਠੇ ਕੰਮ ਬਹੁਤ ਹੋਣ ਲੱਗ ਗਏ। ਇਹ ਪੁੱਠਾ ਕੰਮ ਹੈ, ਪੁੱਠਾ ਕੰਮ। ਇਸ ਕਰਕੇ ਪੁੱਠੇ ਕੰਮ ਕਰਨੇ ਛੱਡ ਦਿਓ, ਕੁਛ ਨਹੀਂ ਮਿਲਣਾ, ਕੁਝ ਨਹੀਂ। ਉਹ ਕੱਚੀ ਲੱਸੀ ਵਾਲਾ ਪਖੰਡ ਨਹੀਂ ਛੱਡਿਆ, ਬਦਲਵੇਂ ਰੂਪ 'ਚ ਕਰਨਾ ਸ਼ੁਰੂ ਕਰਤਾ, ਬਦਲਵੇਂ ਰੂਪ 'ਚ। ਚਲੋ ਅੱਗੇ ਆ ਜਾਓ। ਹੁਣ ਦੇਖੋ ਗੁਰਬਾਣੀ ਕਹਿ ਰਹੀ ਹੈ, ਪਹਿਲਾਂ ਗੁਰਬਾਣੀ ਦਾ ਪ੍ਰਮਾਣ ਲੈ ਲਓ ਵੀ ਜਿਹੜਾ ਸਰਾਧ ਹੈ ਇਹ ਪਖੰਡ ਹੈ। ਗੁਰੂ ਨਾਨਕ ਬਾਬਾ ਜੀ ਦਾ ਵਚਨ ਹੈ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦੇ ਹੋ ਕਾਂਬ। ਨਾਨਕ ਰੁਕਣਾ, ਥੋੜ੍ਹਾ ਜਿਹਾ ਸਿੱਧਾ ਨਹੀਂ ਬੋਲ ਦੇਣਾ, ਕਿਤੇ ਦੱਸਣਾ ਪੈਂਦਾ ਨਾ ਵੀ ਵਿਸ਼ਰਾਮ ਸਹੀ ਥਾਂ ਨਾ ਲੱਗੇ ਤਾਂ ਅਨਰਥ ਹੋ ਜਾਂਦਾ। ਤੁਸੀਂ ਸਮਝ ਗਏ ਨਾ, ਨਾਨਕ ਰੁਕ ਕੇ ਬੋਲ। ਨਾਨਕ ਮਨਮੁਖ ਅੰਤ ਪਿਆਰ। ਹੁਣ ਤੁਸੀਂ ਸਮਝ ਲਓ ਵੀ ਜੀ ਵਿਸ਼ਰਾਮ ਨਾ ਲਾਇਆ, ਸਿੱਧਾ ਹੀ ਬੋਲਤਾ, ਕੀ ਬਣ ਗਿਆ ਫਿਰ? ਗਲਤ ਹੋ ਗਿਆ ਨਾ। ਚਲੋ ਕਈ ਵਾਰ ਨਹੀਂ ਖਿਆਲ ਰਹਿੰਦਾ, ਭੁੱਲ ਚੁੱਕ ਦੇ ਵਿੱਚ ਤਾਂ ਚਲੋ ਮਾफ़ੀ ਹੋ ਜਾਂਦੀ, ਨਹੀਂ ਪਤਾ ਚਲੋ ਕਿਸੇ ਨੂੰ, ਪਰ ਧਿਆਨ ਰੱਖਣਾ ਹੁੰਦਾ। ਚਲੋ ਹੁਣ ਗੁਰੂ ਜੀ ਕਹਿੰਦੇ ਕੀ ਹੋਇਆ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਗੁਰੂ ਸਾਹਿਬ ਕਹਿੰਦੇ ਕੀ ਕਰਦੇ ਹੈ, ਕਿਸੇ ਪ੍ਰਾਣੀ ਦੇ ਸਰੀਰਕ ਮੌਤ ਤੋਂ ਬਾਅਦ ਕਾਂ ਸੱਦਣ ਲੱਗ ਜਾਂਦੇ ਹੈ। ਕਾਂ ਕਹਿੰਦੇ ਸਰਾਧ ਪਾਉਣੇ ਹੈ। ਕਾਂ ਕਹਿੰਦੇ ਮਨਮੁਖਾਂ ਦਾ ਅਗਿਆਨਤਾ ਦੇ ਨਾਲ ਪਿਆਰ ਹੈ। ਅੰਧ ਪਿਆਰ ਦਾ ਭਾਵ ਅਗਿਆਨਤਾ ਨਾ, ਭਾਵ ਕਿ ਪੁੱਠੇ ਕੰਮ ਬੜੇ ਚਾਅ ਨਾਲ ਕਰਦੇ ਆ। ਸਿੱਧਾ ਅਰਥ ਇਹਦਾ ਇਹ ਬਣ ਗਿਆ, ਮਨਮੁਖ ਨੇ ਨਾ ਪੁੱਠੇ ਕੰਮ ਵਾਲੇ ਚਾਅ ਨਾਲ ਕਰਦੇ ਆ। ਹੁਣ ਜਿਉਂਦਿਆਂ ਦਾ ਸਤਿਕਾਰ ਕਰਨਾ, ਇਹ ਸਿੱਧਾ ਕੰਮ ਹੈ ਨਾ, ਮੰਨਦੇ ਹੋ ਨਾ? ਜਿਉਂਦੇ ਮਾਤਾ ਪਿਤਾ ਕਹਿ ਲਓ, ਦਾਦਾ ਦਾਦੀ ਕਹਿ ਲਓ, ਬਜ਼ੁਰਗ ਲਫ਼ਜ਼ ਵਰਤ ਲਓ, ਸਿੱਧਾ। ਜਿਉਂਦਿਆਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਧਾ ਕੰਮ ਹੈ। ਜਿਉਂਦਿਆਂ ਨੂੰ ਸਤਿਕਾਰ ਨਾਲ ਪ੍ਰਸ਼ਾਦਾ ਛਕਾਓ, ਦਵਾਈ ਬੂਟੀ ਦਾ ਖਿਆਲ ਰੱਖੋ, ਮੰਜੇ ਬਿਸਤਰੇ ਦਾ ਖਿਆਲ ਰੱਖੋ। ਤਾਂ ਤੇ ਇਹ ਕਹਿਣ ਦਾ ਜਿਉਂਦਿਆਂ ਦੀ ਸੇਵਾ ਸਤਿਕਾਰ, ਪਰ ਦੁਨੀਆ ਪੁੱਠਾ ਕੰਮ ਕਰਦੀ ਹੈ। ਜਿਉਂਦਿਆਂ ਨੂੰ ਸਤਿਕਾਰ ਨਾਲ ਪ੍ਰਸ਼ਾਦਾ ਕੋਈ ਕੋਈ ਛਕਾਉਂਦਾ ਕੋਈ, ਪਰ ਮਰਿਆਂ ਦੇ ਨਾਂ 'ਤੇ ਸਰਾਧ ਸਾਰਾ ਟੱਬਰੀ ਭੱਜਿਆ ਫਿਰਦਾ ਹੈ। ਮਨਮੁੱਖਾਂ ਦਾ ਪੁੱਠੇ ਕੰਮਾਂ ਨਾਲ ਪਿਆਰ ਆ, ਸਰਾਧ ਭੱਜ ਭੱਜ ਕੇ ਪਾਉਂਦੇ ਆ, ਜਿਉਂਦਿਆਂ ਨੂੰ ਪ੍ਰਸ਼ਾਦਾ ਭੱਜ ਭੱਜ ਨਹੀਂ ਛਕਾਉਂਦੇ। ਜਿਉਂਦਿਆਂ ਨੂੰ ਤਾਂ ਕਿ ਵੰਡ ਵੀ ਲੈਂਦੇ ਆ, ਕਹਿੰਦੇ ਤੂੰ ਬਾਬੇ ਨੂੰ ਲੈ ਜਾ, ਮੈਂ ਬਾਪੂ ਨੂੰ ਲੈ ਜਾਣਾ, ਕਿ ਦੋਨਾਂ ਦਾ ਪ੍ਰਸ਼ਾਦਾ ਕਹਿੰਦੇ ਮਹਿੰਗਾ ਪੈਂਦਾ। ਦੇਖ ਲਾ ਨਲਾਇਕ ਔਲਾਦ ਨੇ ਜੀਵਨ ਸਾਥੀ ਬੁਢਾਪੇ ਵਿੱਚ ਅੱਡੋ ਅੱਡੀ ਕਰਤੇ। ਬੋਲੋ ਸਤਨਾਮ। ਹਾਏ ਹਾਏ, ਇਕੱਠੇ ਰਹਿਣਾ ਚਾਹੁੰਦੇ ਆ ਉਹ, ਆਪਾਂ ਵੀ ਇਕੱਠੇ ਰਹਿਣਾ ਚਾਹਾਂਗੇ। ਚਲੋ ਅੱਧ ਖੜੀ ਤਾਂ ਮੇਰੀ ਵੀ ਉਮਰ ਹੋ ਗਈ, ਵੀ ਜੀਵਨ ਸਾਥੀ ਹੈ ਨਾ, ਬੁਢਾਪੇ ਦੇ ਵਿੱਚ ਵੀ ਇਕੱਠੀ ਰਹਿਣਾ ਚਾਹਾਂਗੇ। ਸਪਸ਼ਟ ਦੱਸਦਾ ਮੈਂ, ਸਿੱਧੀ ਗੱਲ ਹੈ, ਜੀਵਨ ਸਾਥੀ ਨੇ ਨਾ,
ਤੇ ਇਹੋ ਜਿਹੇ ਵੀ ਹੁੰਦੇ ਨੇ, ਇਹਨਾਂ ਨੂੰ ਰੋਟੀ ਕਹਿੰਦੇ ਮਹਿੰਗੀ ਹੈ, ਕਹਿੰਦੇ ਦੋਨਾਂ ਦਾ ਪ੍ਰਸ਼ਾਦਾ ਤਾਂ ਮਹਿੰਗਾ ਪੈਂਦਾ, ਕਹਿੰਦੇ ਤੂੰ ਬਾਪੂ ਨੂੰ ਲੈ ਜਾ, ਮੈਂ ਬੇਬੇ ਨੂੰ ਲੈ ਜਾਣਾ, ਤੇ ਮਗਰੋਂ ਸਰਾਧ ਫਿਰ ਬੜੇ ਭੱਜ ਪਾਉਂਦੇ ਨੇ। ਕਮਾਲ ਦੀ ਗੱਲ ਹੈ। ਭਾਂ ਪੁੱਠੇ ਕੰਮ ਦੁਨੀਆ ਕਰਦੀ ਹੈ ਨਾ, ਪੁੱਠੇ ਕੰਮ ਕਰਦੀ ਹੈ ਦੁਨੀਆ। ਸਿੱਧਾ ਕੰਮ ਕਰੋ, ਜਿਉਂਦਿਆਂ ਦਾ ਸਤਿਕਾਰ ਰੱਖੋ। ਜਿਉਂਦਿਆਂ ਮਾਪਿਆਂ ਦਾ ਸਤਿਕਾਰ ਲਿਖਿਆ ਨਾ ਬਾਣੀ 'ਚ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦਈਏ। ਇਹ ਮਾਤਾ ਪਿਤਾ ਪੁੱਤ ਧੀਆਂ ਰਿਸ਼ਤੇ ਪ੍ਰਮਾਤਮਾ ਨੇ ਪਾਏ ਆ ਸਾਰੇ, ਇਸ ਕਰਕੇ ਇਹ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖੋ। ਮਾਤਾ ਪਿਤਾ ਨੂੰਹ ਪੁੱਤਾਂ 'ਚੋਂ ਰੱਬ ਵੇਖਣ, ਤੇ ਨੂੰਹ ਪੁੱਤ ਮਾਤਾ ਪਿਤਾ ਵਿੱਚੋਂ ਰੱਬ ਵੇਖਣ। ਲਿਖਿਆ ਨਾ, ਮਾਤ ਪਿਤਾ ਸੁਤ ਬੰਧ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਭਾਵਨਾ ਰੱਖੋ ਕਿ ਰਿਸ਼ਤਿਆਂ ਦੇ ਰਾਹੀਂ ਪ੍ਰਮਾਤਮਾ ਹੀ ਇੱਕ ਦੂਜੇ ਦੀ ਸਹਾਇਤਾ ਕਰ ਰਿਹਾ ਹੈ। ਰਿਸ਼ਤਿਆਂ ਦੇ ਵਿੱਚੋਂ ਪ੍ਰਮਾਤਮਾ ਹੀ, ਭਾਈ ਭਾਈ 'ਚੋਂ ਰੱਬ ਦੇਖੇ, ਵਟਾਂਦਰਾ ਰੌਲਾ ਨਹੀਂ ਪੈਂਦਾ। ਭਾਈ ਪਤੀ ਪਤਨੀ ਦਾ ਰਿਸ਼ਤਾ, ਭਾਈ ਆਪਣੇ ਘਰ ਵਾਲੀ 'ਚੋਂ ਰੱਬ ਦੇਖੇ, ਬੀਬੀ ਆਪਣੇ ਘਰ ਵਾਲੇ 'ਚੋਂ ਰੱਬ ਦੇਖੇ, ਕਦੇ ਤਲਾਕ ਨਹੀਂ ਹੋ ਸਕਦਾ, ਬੇਇਤਫਾਕੀ ਨਹੀਂ ਹੋ ਸਕਦੀ। ਰਿਸ਼ਤਿਆਂ 'ਚੋਂ ਰੱਬ ਦੇਖਣ ਦੀ ਗੱਲ ਬਾਣੀ 'ਚ ਹੈ। ਰਿਸ਼ਤਿਆਂ ਦੇ ਵਿੱਚੋਂ ਤਾਂ ਤੇ ਨੂੰਹ ਸੱਸ 'ਚੋਂ ਰੱਬ ਦੇਖੇ, ਸੱਸ ਨੂੰਹ ਦੇ ਵਿੱਚੋਂ ਰੱਬ ਦੇਖੇ, ਰਿਸ਼ਤਾ ਪਵਿੱਤਰ ਹੋ ਗਿਆ। ਸੋ ਇੱਦਾਂ ਬਾਣੀ ਦੇ ਗਿਆਨ ਨੂੰ ਸਮਝੋ, ਰਿਸ਼ਤੇ ਪਵਿੱਤਰ ਨੇ। ਡਿਊਟੀ ਦੇ ਮੁਤਾਬਕ ਫਰਜ਼ ਪੂਰਾ ਕਰਨਾ ਹੈ। ਮੰਨ ਲਓ ਬੱਚੇ ਹੈ, ਕੀ ਸਮਝਣਾ ਕਿ ਵਾਹਿਗੁਰੂ ਜੀ ਨੇ ਮੈਨੂੰ ਹੁਕਮ ਦਿੱਤਾ ਕਿ 2-3 ਬੱਚੇ ਤੈਂ ਪਾਲਣੇ ਹੈ, ਫਿਰ ਮੋਹ ਝਾੜ ਨਹੀਂ ਰਿਹਾ, ਮੈਂ ਤਾਂ ਵਾਹਿਗੁਰੂ ਦਾ ਹੁਕਮ ਕਮਾ ਰਿਹਾ। ਬੋਲੋ ਸਤਨਾਮ। ਬਾਣੀ ਦਾ ਫੈਸਲਾ। ਹੁਣ ਬਜ਼ੁਰਗ ਹੋ ਗਏ, ਹੁਣ ਬੱਚੇ ਕੀ ਸਮਝਣ, ਇਹ ਮਾਤਾ ਪਿਤਾ ਦੀ, ਇਹਨਾਂ ਨੇ ਸਾਨੂੰ ਜਨਮ ਦੇ ਕੇ ਪਾਲਿਆ, ਇਹਨਾਂ ਦੀ ਸੇਵਾ ਕਰਨਾ ਰੱਬ ਦੀ ਸੇਵਾ ਹੈ। ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ। ਰੱਬ ਜਦੋਂ ਇਹ ਗੱਲਾਂ ਬਾਣੀ ਦੀਆਂ ਸਮਝ ਆ ਗਈਆਂ, ਇਹ ਤਾਂ ਹੁਣ ਹੋ ਗਈ ਅਸਲੀ ਗੱਲ। ਪਰ ਆਮ ਦੁਨੀਆ ਕੀ ਹੈ, ਕੋਈ ਮਰਿਆਂ ਦੇ ਨਾਂ 'ਤੇ 5 ਕਾਪੜੀਆਂ ਦਿੰਦਾ, ਕੋਈ ਮੱਟੀਆਂ ਵਾਲਾ ਲੱਸੀਆਂ ਪਾਉਂਦਾ, ਕੋਈ ਜਠੇਰੇ ਪੂਜਦਾ। ਇਹ ਹੁਸ਼ਿਆਰਪੁਰ ਕੰਨੀ ਬਾਵਾ ਪਖੰਡ ਤੁਹਾਡੇ 'ਚ ਵੀ ਬੈਠੇ ਨੂੰ ਇਸ ਇਲਾਕੇ ਦੇ। ਅਸੀਂ ਗਏ ਹੁਸ਼ਿਆਰਪੁਰ ਵੱਲ ਦੀਵਾਨ ਲਾਉਣ, ਔਜਲਾ ਢੱਕ ਦੀਵਾਨ ਸੀ ਪਿੱਛੇ ਜੇ ਹੁਣੀ, ਅਤੇ ਉੱਥੇ ਜਾਨੀ ਕਿ ਉੱਧਰ ਪਖੰਡ ਕਾਫੀ ਹੈ ਇਹ। ਅਤੇ ਮੈਂ ਸੰਗਤ ਬੈਠੀ ਪੁੱਛਣਾ ਕੀਤਾ, ਮੈਂ ਕਿਹਾ ਵੀ ਜੀਵ ਆਤਮਾ ਦਾ ਕੋਈ ਗੋਤ ਹੁੰਦਾ? ਸਾਰੀ ਸੰਗਤ ਕਹਿੰਦੇ ਨਾ ਜੀ। ਉਹਨੂੰ ਪਤਾ ਨਹੀਂ ਕਿਉਂ ਪੁੱਛਿਆ। ਮੈਂ ਕਿਹਾ ਤੁਹਾਡੇ ਤਾਂ ਇੱਥੇ ਹੈਗੇ ਨੇ, ਗੁਰੂ ਸਾਹਿਬ ਨੇ ਤਾਂ ਸਾਨੂੰ ਕੀ ਹੈ ਵੀ ਜਿਉਂਦੇ ਹੀ ਨੂੰ ਸਿੱਖਿਆ ਦਿੱਤੀ ਵੀ ਜਾਤ ਗੋਤ ਦਾ ਹੰਕਾਰ ਛੱਡ ਦਿਓ। ਕੁਲ ਨਾਸ਼ ਹੈ ਨਾ, ਜਦੋਂ ਖੰਡੇ ਦੀ ਪੌੜ ਛਕ ਲਈ, ਕੁਲ ਨਾਸ਼, ਕਾਸਟ ਸਭ ਕਾਸਟ ਪਿਛਲੀ ਖਤਮ ਹੋ ਗਈ, ਹੋਈ ਨਹੀਂ ਨਾ, ਸਮਝੇ ਨਹੀਂ ਅਸੀਂ ਖੰਡੇ ਦੀ ਪੌੜ ਨੂੰ, ਪਹਿਲਾਂ ਹੀ ਕੁਲ ਨਾਸ਼ ਹੈ। ਹੁਣ ਕਈ ਭੈਣ ਭਰਾ ਤਾਂ ਹੈਰਾਨ ਹੋਣਗੇ ਵੀ ਸ਼ਾਇਦ ਅਸੀਂ ਵੀ ਆਹ ਤਾਂ ਗੱਲ ਸਮਝ ਨਹੀਂ ਆਈ। ਤਾਂ ਤੇ ਹੁਣ ਕੀ ਹੋਇਆ, ਗੁਰੂ ਨੇ ਕਿੱਡਾ ਗਿਆਨ ਦਿੱਤਾ, ਪਰ ਗੁਰੂ ਗਿਆਨ ਤੋਂ ਬਿਨਾਂ ਕੀ ਹੋਇਆ, ਇੱਥੇ ਤਾਂ ਮਰਿਆਂ ਦਾ ਵੀ ਜਾਣੀ ਕਿ ਜਾਤ ਗੋਤ ਨੇ ਖੜਾ ਨਹੀਂ ਛੱਡਿਆ। ਕਹਿੰਦੇ ਫਲਾਣੇ ਗੋਤ ਦੇ ਜਠੇਰੇ, ਢਿਮਕੇ ਜੋਤ ਦੇ ਜਠੇਰੇ, ਉਹ ਕਮਲੀ ਦੁਨੀਆ, ਜੀਵਾਤਮਾ ਦਾ ਕੋਈ ਗੋਤ ਨਹੀਂ ਹੁੰਦਾ। ਬੋਲੋ ਸਤਨਾਮ। ਕਮਾਲ ਹੋ ਗਈ। ਦੇਖੋ ਤੁਸੀਂ, ਜਿਉਂਦਿਆਂ ਨੂੰ ਪੂਜਣਾ, ਪੂਜਾ ਦਾ ਭਾਵ ਸਤਿਕਾਰ, ਪਰ ਹਾਲਤ ਕੀ ਹੈ, ਆਪਾਂ ਨਿਤਨੇਮ ਦੀ ਬਾਣੀ 'ਚ ਵੀ ਪੜ੍ਹਦੇ ਹਾਂ ਨਾ, ਕੋ ਬਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜਿਓ, ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਵਾ। ਉਲਝ ਗਈ ਦੁਨੀਆ ਕਰਮ ਕਾਂਡਾਂ ਦੇ ਵਿੱਚ, ਕੋਈ ਬੁੱਤਾਂ ਨੂੰ ਪੂਜੀ ਜਾਂਦਾ ਹੈ ਅਤੇ ਕੋਈ ਮਰਿਆਂ ਨੂੰ ਪੂਜੀ ਜਾਂਦਾ ਹੈ। ਕਹਿੰਦੇ ਜਿਹੜੇ ਮਿਰਤਕ ਅਤੇ ਪਸ਼ੂ ਪੂਜਾ ਕਰਦੇ ਹੈ, ਮਾਫ ਕਰਨਾ, ਮਿਰਤਕ ਅਤੇ ਬੁੱਤ ਪੂਜਾ ਕਰਦੇ ਹੈ, ਕਹਿੰਦੇ ਉਹ ਪਸ਼ੂ ਹੁੰਦੇ ਹੈ ਪਸ਼ ਲਿਖਿਆ ਗੁਰੂ ਸਾਹਿਬ ਨੇ। ਕਹਿੰਦੇ ਪਸ਼ੂਆਂ ਦਾ ਕੰਮ ਹੈ ਮਰਿਆਂ ਦੇ ਨਾਂ 'ਤੇ ਸਰਾਧ ਪਾਉਣੇ, ਮਰਿਆਂ ਦੇ ਨਾਂ 'ਤੇ 5 ਕਾਪੜੀਆਂ ਦੇਣੀਆਂ, ਲੱਸੀਆਂ ਪਾਉਣੀਆਂ, ਮੱਟੀਆਂ ਲਾਉਣੀਆਂ, ਜਾਂ ਬੁੱਤ ਪੂਜਣੇ। ਕਹਿੰਦੇ ਕੰਮ ਪਸ਼ੂਆਂ ਦੇ ਹਨ। ਤਾਂ ਤੇ ਭਾਈ ਆਪਾਂ ਪਸ਼ੂਆਂ ਵਾਲੇ ਕੰਮ ਛੱਡ ਦਈਏ, ਬੰਦਿਆਂ ਵਾਲਾ ਕੰਮ ਕਰੀਏ। ਬੰਦਿਆਂ ਵਾਲਾ ਕੰਮ ਕਿਹੜਾ ਹੈ? ਗੁਰੂ ਦੀ ਸਿੱਖਿਆ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਯਾਦ ਕਰਨਾ। ਬਸ ਬੰਦਾ ਦਾ ਭਾਵ ਵੀ ਇਸਤਰੀ ਪੁਰਸ਼ ਭਾਵੇਂ ਕੋਈ ਹੈ, ਮਾਨਸ ਦੇਹ ਨੂੰ ਕਿਹਾ ਜਾਂਦਾ ਹੈ। ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਗੁਰੂ ਦੀ ਸਿੱਖਿਆ ਦੇ ਵਿੱਚ ਰਹੋ, ਬੰਦੀ ਅੰਦਰ ਰਹਿਣ ਦਾ ਭਾਵ। ਸੋ ਆਓ ਆਪਾਂ ਗੱਲ ਜੋ ਚੱਲ ਰਹੀ ਸੀ, ਤਾਂ ਤੇ ਇਹ ਜਿਹੜੇ ਸਰਾਧ ਆਦਿਕ ਪਾਉਣੇ, ਹੁਣ ਬਾਣੀ ਤੋਂ ਸਿੱਧ ਹੋ ਗਿਆ ਪਖੰਡ ਹੈ। ਗੁਰੂ ਨਾਨਕ ਬਾਬਾ ਜੀ ਨੇ ਕਹਿ ਦਿੱਤਾ ਆਪਾਂ ਨੂੰ। ਪਰ ਇੱਕ ਗੱਲ ਅੱਜ ਹੋਰ ਭਾਣਾ ਵਰਤ ਗਿਆ ਕਿ ਇਤਿਹਾਸ ਦੀ ਉਹ ਗੱਲ ਮੰਨਣੀ ਆਪਾਂ ਪਹਿਲਾਂ ਸ਼ੁਰੂ ਸਮਝ ਲਿਆ ਸੀ, ਜਿਹੜੀ ਗੁਰਬਾਣੀ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ। ਇਤਿਹਾਸ ਵਿੱਚ ਕੋਈ ਝੂਠੀ ਕਹਾਣੀ ਰਲਾ ਦਿੱਤੀ ਗਈ। ਸਾਡੇ ਇਤਿਹਾਸ ਵਿੱਚ ਬੜਾ ਕੂੜ ਕਵਾੜ ਰਲਿਆ ਹੋਇਆ, ਅਤੇ ਕਿਵੇਂ ਪਰਖ ਆਊਗੀ? ਗੁਰਬਾਣੀ ਦੇ ਆਧਾਰ 'ਤੇ। ਜਿਹਨੂੰ ਗੁਰਬਾਣੀ ਦਾ ਗਿਆਨ ਨਾ, ਗੁਰਬਾਣੀ ਦੀ ਰੋਸ਼ਨੀ 'ਚ ਉਹਦੀ ਫਰਕ ਆ ਜਾਂਦੀ ਵੀ ਆਹ ਗਲਤ ਹੈ, ਠੀਕ ਹੈ, ਸੱਚ ਹੈ, ਝੂਠ ਹੈ। ਝੂਠੀ ਕਹਾਣੀ ਕੀ ਰਲਾ ਦਿੱਤੀ ਜੀ? ਇਹ ਦੱਸਣ ਵਾਸਤੇ ਤੁਹਾਨੂੰ ਸੁਣਾਉਣਾ ਵੀ ਝੂਠੀ ਹੈ ਕਹਾਣੀ ਇਹ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ, ਕਹਿੰਦੇ ਮਾਤਾ ਸੁਲੱਖਣੀ ਜੀ ਕਹਿੰਦੇ ਜੀ ਤੁਹਾਡੇ ਪਿਤਾ ਜੀ ਦਾ ਸਰਾਧ ਹੈ ਕੱਲ੍ਹ ਨੂੰ,
ਤੁਸੀਂ ਆਪਣੇ ਪਿਤਾ ਦਾ ਸਰਾਧ ਪਾ ਕੇ ਉਸ ਤੋਂ ਬਾਅਦ ਫਿਰ ਤੁਸੀਂ ਜੋਤੀ ਜੋਤ ਸਮਾ ਜਿਓ। ਕਹਿੰਦੇ ਇੰਨਾ ਕਹਿਣ ਤੇ ਗੁਰੂ ਸਾਹਿਬ ਕਹਿੰਦੇ ਦੁਬਾਰੇ ਸਰੀਰ ਦੇ ਵਿੱਚ ਆ ਗਏ। ਕਹਿੰਦੇ ਫਿਰ ਅਗਲੇ ਦਿਨ ਆਪਣੇ ਪਿਤਾ ਦਾ ਸਰਾਧ ਪਾ ਕੇ ਉਦੋਂ ਅਗਲੇ ਦਿਨ ਜੋਤੀ ਜੋਤ ਸਮਾਏ। ਇਹ ਕੀ ਹੈ? ਇਹ ਕਹਾਣੀ ਸਾਰੀ ਸਵਾਹ ਹੈ। ਦੱਸਣ ਵਾਸਤੇ ਉਹਨੂੰ ਮਤ ਸੁਣਾਈ, ਇਹ ਸਵਾਹ ਹੈ, ਇਹ ਸਵਾਹ। ਕਿਉਂ? ਗੁਰੂ ਨਾਨਕ ਬਾਬਾ ਜੀ ਗੁਰਬਾਣੀ 'ਚ ਸਰਾਧਾਂ ਦਾ ਖੰਡਨ ਕਰ ਰਹੇ ਆ ਵੀ ਮਨਮੁੱਖਾਂ ਦਾ ਕੰਮ ਹੈ, ਤਾਂ ਜਿਹੜੇ ਮਰਿਆਂ ਦੇ ਨਾਂ 'ਤੇ ਕਾਂ ਸੱਦ ਕੇ ਸਰਾਧਾਂ ਦੇ ਪਖੰਡ ਕਰਦੇ ਲਿਖਿਆ ਨਾ ਬਾਣੀ 'ਚ। ਅਤੇ ਇਤਿਹਾਸ ਗੁਰੂ ਨਾਨਕ ਬਾਬਾ ਜੀ ਤੋਂ ਹੀ ਪਿਤਾ ਦਾ ਸਰਾਧ ਪਵਾਈ ਜਾਂਦਾ ਹੈ। ਹੁਣ ਦੱਸੋ ਫਿਰ ਕਿਹਨੂੰ ਮੰਨੋਗੇ? ਕਰੋ ਫੈਸਲਾ ਬਈ। ਗੁਰਬਾਣੀ ਨੂੰ ਮੰਨਾਂਗੇ ਨਾ, ਗੁਰੂ ਸਾਹਿਬ ਜੋ ਆਪ ਕਹਿੰਦੇ ਨੇ, ਇਹ ਤਾਂ ਬੰਦਿਆਂ ਦਾ ਲਿਖਿਆ। ਮੈਂ ਤਾਂ ਕਹਿਣਾ ਹੁੰਦਾ ਜਿੱਥੇ ਲਿਖਿਆ ਹੋਇਆ ਨਾ ਵੀ ਗੁਰੂ ਸਾਹਿਬ ਨੇ ਆਪਣੇ ਪਿਤਾ ਦਾ ਸਰਾਧ ਪਾਇਆ, ਇਹ ਤੁਸੀਂ ਪਰਚੇ ਹੀ ਪਾੜ ਦਿਓ। ਕਿਉਂ? ਕਈ ਮੈਨੂੰ ਕਹਿੰਦੇ ਜੀ ਐਂ ਕਾਹਤੋਂ ਬੋਲਦੇ ਹੁੰਦੇ? ਪਾੜ ਦਿਓ ਤਾਂ ਬੋਲਦਾ ਵੀ ਕਿਤੇ ਇਹ ਝੂਠੀ ਕਹਾਣੀ ਕੋਈ ਹੋਰ ਨਾ ਪੜ੍ਹ ਲੇ। ਝੂਠੀਆਂ ਕਹਾਣੀਆਂ ਪੜ ਗਈਆਂ ਚੰਗੀਆਂ। ਬੋਲੋ ਸਤਨਾਮ। ਜ਼ੁਰਤ ਨਾ ਕਹਿੰਦਾ ਹਾਂ ਪਾੜ ਦੇ, ਪਰ ਇਹਨੂੰ ਕਿੱਥੇ ਲਿਖੀ ਹੈ ਇਹ ਝੂਠੀ ਕਹਾਣੀ? ਇਹ ਇਤਿਹਾਸ ਹੈ ਕੋਈ? ਇਹ ਸਵਾਹ ਇਹ